करना है। मेरे हथकड़ियाँ ला के लै गए ने। उस ते 3 दिन ਮੈਨੂੰ ਪੂਰਾ ਟਾਰਚਰ ਕਰਿਆ ਉਹਨਾਂ ਨੇ, ਕਿਉਂਕਿ ਜਦੋਂ ਮੈਨੂੰ ਲੈ ਕੇ ਜਾਂਦੇ ਸੀ ਕਚਹਿਰੀ, ਮੇਰੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਤੇ ਹੱਥਕੜੀ ਲਾ ਕੇ ਫਿਰ ਮੈਨੂੰ ਹੌਸਪੀਟਲ ਲੈ ਕੇ ਜਾਂਦੇ ਰਹੇ ਨੇ। ਫਿਰ ਵੀ ਮੇਰੇ ਪੈਰਾਂ 'ਚ ਬੇੜੀਆਂ, ਹੌਸਪੀਟਲ ਦੇ ਵਿੱਚ ਵੀ ਮੇਰੇ ਪੈਰਾਂ 'ਚ ਇਹਨਾਂ ਨੇ ਬੇੜੀਆਂ ਪਾ ਕੇ ਰੱਖੀਆਂ ਨੇ। ਕਿ ਮੈਂ ਕਿੱਡਾ ਕੁ ਮੈਂ ਕਾਤਲ ਸੀਗਾ ਜਿਹੜਾ ਇਹਨਾਂ ਨੇ ਮੈਨੂੰ ਐਡੀ ਵੱਡੀ ਸਜ਼ਾ ਦਿੱਤੀ ਹੈ। ਗੁਰੂ ਘਰ ਦੇ ਵਿੱਚ ਸਵੇਰੇ ਨਿਤਨੇਮ ਜਦੋਂ ਕਰਨ ਦਾ ਸਮਾਂ ਹੁੰਦਾ ਹੈ, ਉਦੋਂ ਇੱਕ ਗ੍ਰੰਥੀ ਸਿੰਘ ਦੇ ਉੱਤੇ ਹਮਲਾ ਹੁੰਦਾ ਹੈ ਤੇ ਸਾਡਾ ਸਾਰਾ ਮੀਡੀਆ ਚੁੱਪ ਹੈ, ਕਿਸੇ ਨੂੰ ਕੋਈ ਪਤਾ ਨਹੀਂ ਹੈਗਾ, ਕਿਉਂਕਿ ਅਜੇ ਤੱਕ ਉਹਦੇ 'ਚ ਕੁਛ ਮਸਾਲਾ ਨਹੀਂ ਲੱਗਿਆ। ਸਵੇਰ ਅੰਮ੍ਰਿਤ ਵੇਲੇ ਦਾ ਟਾਈਮ ਸੀਗਾ। ਉਸ ਵਕਤ ਇੱਕ ਮੈਂ ਤੇ ਇੱਕ ਮੇਰੇ 'ਤੇ ਜਿਹੜਾ ਹਮਲਾ ਕਰ ਰਿਹਾ ਉਹ ਤੀਸਰਾ ਬੰਦਾ ਨਹੀਂ ਸੀ ਕੋਈ ਵੀ। ਤੇ ਵੀ ਤੁਸੀਂ ਇਸ਼ਨਾਨ ਨਹੀਂ ਕਰਿਆ ਤੇ ਮੈਂ ਇੱਦਾਂ ਚੌਰ ਨਹੀਂ ਕਰਨ ਦੇਣਾ, ਮਹਾਰਾਜ ਦੀ ਬੇਅਦਬੀ ਹੁੰਦੀ ਹੈ। ਕਹਿੰਦਾ ਜੀ ਮੈਂ ਕਰਨਾ। ਮੈਂ ਕਿਹਾ ਵੀ ਕੁਛ ਵੀ ਹੋ ਜਾਏ ਮੈਂ ਤੈਨੂੰ ਚੌਰ ਨਹੀਂ ਕਰਨ ਦੇਣਾ। ਮੈਂ ਉਹਦੇ ਹੱਥ 'ਚੋਂ ਚੌਰ ਫੜ ਲਿਆ। ਅਸੀਂ ਇਸ ਵੇਲੇ ਹੈਗੇ ਆ ਮਿੰਨੀ ਪੰਜਾਬ। ਮਿੰਨੀ ਪੰਜਾਬ ਰਿਚਮੰਡ ਹਿੱਲ ਨੂੰ ਕਿਹਾ ਜਾਂਦਾ ਹੈ, ਜਿੱਥੇ ਅਸੀਂ ਕਹਿੰਦੇ ਕਿ ਭਾਰੀ ਵਸੋਂ ਦੇ ਵਿੱਚ ਪੰਜਾਬੀ ਵੱਸਦੇ ਨੇ। ਸਾਡੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਜਿਹੜੀਆਂ ਇੱਥੇ ਹੁੰਦੀਆਂ ਨੇ, ਉਹਨੂੰ ਇੱਥੋਂ ਦਾ ਮੀਡੀਆ, ਸਾਡਾ ਮੀਡੀਆ, ਆਪਣਾ ਪੰਜਾਬੀ ਮੀਡੀਆ ਜਿਹੜਾ ਤੂਲ ਦਿੰਦਾ ਹੈ ਅਤੇ ਦੱਸਦਾ ਹੈ ਕਿ ਉਹ ਕਿੰਨਾ ਕੁ ਕਾਰਗਰ ਹੈ, ਕਿੰਨਾ ਕੁ ਆਵਾਜ਼ ਚੁੱਕਣ ਵਾਲਾ ਹੈ। ਪਰ ਅੱਜ ਦੁੱਖ ਹੁੰਦਾ ਇੱਥੇ ਦੱਸਦੇ ਕਿ ਜੂਨ 14 ਨੂੰ ਇੱਕ ਘਟਨਾ ਵਾਪਰਦੀ ਹੈ। ਸਾਡੇ ਗੁਰੂ ਘਰ ਦੇ ਵਿੱਚ ਸਵੇਰੇ ਨਿਤਨੇਮ ਜਦੋਂ ਕਰਨ ਦਾ ਸਮਾਂ ਹੁੰਦਾ ਹੈ, ਉਦੋਂ ਇੱਕ ਗ੍ਰੰਥੀ ਸਿੰਘ ਦੇ ਉੱਤੇ ਹਮਲਾ ਹੁੰਦਾ ਹੈ ਤੇ ਸਾਡਾ ਸਾਰਾ ਮੀਡੀਆ ਚੁੱਪ ਹੈ, ਕਿਸੇ ਨੂੰ ਕੋਈ ਪਤਾ ਨਹੀਂ ਹੈਗਾ, ਕਿਉਂਕਿ ਅਜੇ ਤੱਕ ਉਹਦੇ 'ਚ ਕੁਛ ਮਸਾਲਾ ਨਹੀਂ ਲੱਭਿਆ। ਅਤੇ ਜਿਨ੍ਹਾਂ ਦੇ ਉੱਤੇ ਸਾਰਾ ਹਮਲਾ ਵਾਪਰਦਾ ਹੈ, ਉਹ ਹਮਲੇ ਦੇ ਜਿਹੜੇ ਨੇ ਸ਼ਿਕਾਰ ਹੁੰਦੇ ਨੇ। ਪੁਲਿਸ ਨੂੰ ਕਿਉਂਕਿ ਲੈਂਗੁਏਜ ਬੈਰੀਅਰ ਹੈਗਾ, ਉਸ ਲੈਂਗੁਏਜ ਬੈਰੀਅਰ ਦੇ ਕਰਕੇ ਜਿਹੜਾ ਹੈ ਉਹ ਆਪਣੀ ਗੱਲ ਨੂੰ ਰੱਖ ਨਹੀਂ ਪਾਉਂਦੇ ਤੇ ਸਾਡੇ ਕਿਸੇ ਵੀ ਵੱਲੋਂ ਜਿਹੜੀ ਉਹ ਸਪੋਰਟ ਨਹੀਂ ਮਿਲਦੀ, ਕਿਉਂਕਿ ਉਹ ਨਾ ਤੇ ਆਪਣਿਆਂ ਨੂੰ ਦੱਸ ਪਾਉਂਦੇ ਨੇ ਜਿਨ੍ਹਾਂ ਦੇ ਉੱਤੇ ਹਮਲਾ ਹੁੰਦਾ ਹੈ ਤੇ ਨਾ ਹੀ ਪੁਲਿਸ ਉਹਨਾਂ ਨੂੰ ਸਹੀ ਤਰੀਕੇ ਨਾਲ ਸੁਣ ਪਾਉਂਦੀ ਹੈ। ਇਹ ਮਿੰਨੀ ਪੰਜਾਬ ਦੀ ਹਕੀਕਤ ਹੈ। ਕਹਿਣ ਨੂੰ ਬਹੁਤ ਵੱਡੇ ਸਾਡੇ ਇੱਥੇ ਪਰਚਮ ਚਹਲਾਉਂਦੇ ਨੇ, ਲੇਕਿਨ ਅਸਲੀਅਤ ਦੇ ਵਿੱਚ ਜੋ ਸੱਚਾਈਆਂ ਨੇ ਉਹ ਤੁਹਾਨੂੰ ਦੱਸਾਂਗੇ। ਅੱਜ ਇਸ ਘਟਨਾ ਨੂੰ ਜਿਹੜਾ 1 ਮਹੀਨੇ ਤੋਂ ਵੱਧ ਦਾ ਸਮਾਂ ਵਾਪਰ ਚੁੱਕਾ ਹੋਇਆ, ਪਰ ਜਦੋਂ ਹੁਣ ਸਾਡੇ ਕਮਿਊਨਿਟੀ ਲੀਡਰਸ ਨੂੰ ਪਤਾ ਲੱਗਾ ਕਿ ਇਹ ਸਭ ਕੁਝ ਵਾਪਰ ਰਿਹਾ, ਫਿਰ ਹੁਣ ਆ ਕੇ ਜਦੋਂ ਉਹਨਾਂ ਨੇ ਆਪ ਕਿਹਾ ਕਿ ਬਾਬਾ ਜੀ ਸਾਨੂੰ ਦੱਸੋ ਤੁਹਾਡੇ ਨਾਲ ਕੀ ਵਾਪਰਿਆ। ਲੇਕਿਨ ਮੈਂ ਇੱਥੇ ਕਮਿਊਨਿਟੀਜ਼ ਲੀਡਰ ਦਾ ਕਸੂਰ ਨਹੀਂ ਕੱਢਦਾ। ਅਸੀਂ ਜਦੋਂ ਕਹਿੰਦੇ ਹਾਂ ਕਿ ਅਸੀਂ ਪਲ ਪਲ ਦੀ ਖਬਰ ਜਿਹੜੀ ਹੈ ਆਪਣੇ ਡਾਇਸਪੋਰਾ ਦੇ ਵਿੱਚ ਵੰਡਦੇ ਹਾਂ, ਅਸੀਂ ਆਪਣੇ ਭਾਈਚਾਰੇ ਦੀ ਖਬਰ ਜਿਹੜੀ ਹੈ ਸਕਿੰਟਾਂ 'ਚ ਦੁਨੀਆ ਭਰ ਦੇ ਵਿੱਚ ਪਹੁੰਚਾਉਂਦੇ ਹਾਂ। ਲੜਾਈਆਂ ਦੀ ਖਬਰ ਤਾਂ ਅਸੀਂ ਮਿੰਟੋ ਮਿੰਟ ਚੁੱਕ ਲੈਂਦੇ ਹਾਂ, ਲੇਕਿਨ ਜਦੋਂ ਇਸ ਤਰੀਕੇ ਦਾ ਕੋਈ ਜਾਤੀਵਾਦੀ ਹਮਲਾ ਹੁੰਦਾ ਜਾਂ ਇਸ ਤਰੀਕੇ ਨਾਲ ਗੁਰੂ ਘਰ ਦੇ ਉੱਤੇ ਜਿਹੜਾ ਹੈ ਕੋਈ ਮੰਦ ਬੁੱਧੀ ਵਾਲਾ ਆ ਕੇ ਹਮਲਾ ਕਰਦਾ ਹੈ ਤਾਂ ਸਾਡੇ ਕੋਲ ਆਵਾਜ਼ ਚੁੱਕਣ ਦਾ ਦਮ ਨਹੀਂ ਹੁੰਦਾ, ਨਾ ਅਸੀਂ ਉਹਦੇ ਉੱਤੇ ਆਵਾਜ਼ ਚੁੱਕ ਸਕਦੇ ਹਾਂ। ਮੇਰੇ ਨਾਲ ਇਸ ਵੇਲੇ ਗੁਰੂ ਘਰ ਦੇ ਮੁੱਖ ਸੇਵਾਦਾਰ ਹੈਗੇ ਨੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਆ ਜਾਓ ਜੀ। ਆਪਣਾ ਸਭ ਤੋਂ ਪਹਿਲਾਂ ਤਾਂ ਪੂਰਾ ਨਾਮ ਦੱਸੋ। ਮੇਰਾ ਨਾਮ ਹੈ ਜੀ ਗਿਆਨੀ ਹਰਮੇਲ ਸਿੰਘ, ਗੁਰਦੁਆਰਾ ਗੁਰੂ ਭਗਤੀ ਘਰ ਹੈਡ ਗ੍ਰੰਥੀ। ਗਿਆਨੀ ਹਰਮੇਲ ਸਿੰਘ ਜੀ, ਸਾਨੂੰ ਕੁਝ ਸ਼ਬਦਾਂ ਤੇ ਨਾ ਇੱਕਦਮ ਜਦੋਂ ਮੈਨੂੰ ਜਪਨੀਤ ਹੋਣਾ ਨੇ ਦੱਸਿਆ ਕਿ ਇਹ ਕੁਝ ਵਾਪਰ ਗਿਆ, ਪਹਿਲਾਂ ਯਕੀਨ ਜਾਣੀ ਹੋਇਆ ਕਿ ਇਸ ਤਰੀਕੇ ਨਾਲ ਵੀ ਕੀ ਵਾਪਰ ਸਕਦਾ। ਪਰ ਜਿਹੜੀ ਘਟਨਾ ਅੱਜ ਇੱਥੇ ਵਾਪਰੀ ਹੈ, ਜਾਂ ਜਿਸ ਤਰ੍ਹਾਂ ਤੁਸੀਂ ਮੈਨੂੰ ਇਸ ਇੰਟਰਵਿਊ ਤੋਂ ਪਹਿਲਾਂ ਦੱਸਿਆ, ਆਪਣੇ ਆਪ 'ਚ ਹੈਰਾਨ ਕਰਦਾ ਕਿ ਇੱਕ ਪਾਸੇ ਕਹਿੰਦੇ ਕਿ ਇਹ ਮਿੰਨੀ ਪੰਜਾਬ ਹੈ, ਮਿੰਨੀ ਪੰਜਾਬ ਦੇ ਵਿੱਚ ਇਹ ਕਹਿ ਸਕਦੇ ਕਿ ਸਾਡਾ ਬੋਲਬਾਲਾ ਹੈ, ਲੇਕਿਨ ਉੱਥੇ ਹੀ ਇਸ ਤਰੀਕੇ ਦੀ ਘਟਨਾ ਵਾਪਰ ਜਾਵੇ। ਤੁਸੀਂ ਜਿਹੜਾ ਤਕਰੀਬਨ 3 ਘੰਟੇ ਤੁਹਾਡੇ ਉੱਤੇ ਟੋਰਚਰ ਹੁੰਦਾ ਹੋਵੇ, ਬਾਰ-ਬਾਰ ਤੁਹਾਡੇ ਉੱਤੇ ਹਮਲਾ ਹੁੰਦਾ ਹੋਵੇ ਤੇ ਉਹ ਗੱਲ ਜਿਹੜੀ ਹੈ 1.25 ਮਹੀਨਾ ਦੱਬੀ ਰਵੇ, ਕੀ ਕਹਿੰਦੇ ਉਹਦੇ ਬਾਰੇ? ਇਹਦੇ ਬਾਰੇ ਦੇਖੋ ਜੀ, ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਸਵੇਰ ਅੰਮ੍ਰਿਤ ਵੇਲੇ ਦਾ ਟਾਈਮ ਸੀਗਾ। ਉਸ ਵਕਤ ਇੱਕ ਮੈਂ ਤੇ ਇੱਕ ਮੇਰੇ 'ਤੇ ਜਿਹੜਾ ਹਮਲਾ ਕਰ ਰਿਹਾ ਉਹ ਤੀਸਰਾ ਬੰਦਾ ਨਹੀਂ ਸੀ ਕੋਈ ਵੀ। ਮੈਂ 3:50 'ਤੇ ਡੋਰ ਖੋਲ੍ਹੀ ਹੈ, ਉਹ 4 ਵਜੇ ਐਂਟਰ ਹੋ ਗਿਆ ਤੇ ਆ ਕੇ ਉਹ ਕਹਿੰਦਾ ਜੀ ਮੈਂ ਮਤਲਬ ਚੌਰ ਸਾਹਿਬ ਦੀ ਸੇਵਾ ਕਰਨੀ ਹੈ। ਮੈਂ ਕਿਹਾ ਬੇਟਾ ਤੁਸੀਂ ਜਿੱਥੇ ਕੋਈ ਸ਼ਾਵਰ ਨਹੀਂ ਕਰਿਆ, ਜਿੱਥੇ ਜੋੜੇ ਰੱਖਦੇ ਵੀ ਉਹਦੇ ਉੱਥੇ ਤੁਸੀਂ ਲੰਬੇ ਪਏ ਸੀਗੇ ਤੇ ਵੀ ਤੁਸੀਂ ਇਸ਼ਨਾਨ ਨਹੀਂ ਕਰਿਆ ਤੇ ਮੈਂ ਇੱਦਾਂ ਚੌਰ ਨਹੀਂ ਕਰਨ ਦੇਣਾ, ਮਹਾਰਾਜ ਦੀ ਬੇਅਦਬੀ ਹੁੰਦੀ ਹੈ। ਕਹਿੰਦਾ ਜੀ ਮੈਂ ਕਰਨਾ। ਮੈਂ ਕਿਹਾ ਵੀ ਕੁਛ ਵੀ ਹੋ ਜਾਏ ਮੈਂ ਤੈਨੂੰ ਚੌਰ ਨਹੀਂ ਕਰਨ ਦੇਣਾ। ਮੈਂ ਉਹਦੇ ਹੱਥ 'ਚੋਂ ਚੌਰ ਫੜ ਲਿਆ। ਉਹ ਇਸੇ ਗੱਲ ਤੋਂ ਮੇਰੇ 'ਤੇ ਖਿੱਚ ਗਿਆ ਕਿ ਮੈਨੂੰ ਚੌਰ ਨਹੀਂ ਕਰਨ ਦਿੱਤਾ। ਮੈਂ ਪ੍ਰਕਾਸ਼ ਕਰਕੇ ਨਿਤਨੇਮ ਕੀਤਾ, ਸਮਾਪਤੀ ਕਰਕੇ ਮੈਂ ਆਪਣੇ ਰੂਮ 'ਚ ਆ ਗਿਆ ਤੇ ਤਕਰੀਬਨ 15 ਕੁ ਮਿੰਟ ਹੋਏ ਨੇ ਮੈਨੂੰ ਆਪਣੇ ਬੈੱਡ 'ਤੇ ਲੰਮੇ ਪਏ ਨੂੰ, ਤੇ ਅੱਧੀ ਕੁ ਡੋਰ ਮੇਰੀ ਖੁੱਲ੍ਹੀ ਸੀ। ਉਹਨੇ ਪਿਛਲੇ ਪਾਸੇ ਦੀ ਆ ਕੇ ਜ਼ੋਰ ਨਾਲ ਮੇਰੇ ਲੱਕ ਦੇ ਵਿੱਚ ਲੱਤ ਮਾਰੀ ਹੈ। ਮੈਂ ਅਬੜਵਾ ਇੱਕਦਮ ਉੱਠਿਆ ਤੇ ਉਹ ਮੇਰੇ ਘਸੁੰਨ ਮੁੱਕੀ ਕਰਨ ਲੱਗ ਗਿਆ ਤੇ ਕਰਦਿਆਂ ਜੀ ਉਹਨੇ ਕਾਫੀ ਮੈਨੂੰ ਮਾਰਿਆ। ਤੇ ਉਸ ਤੋਂ ਬਾਅਦ ਜਦੋਂ ਮੈਂ ਉੱਠ ਕੇ ਬੈਠਾ ਤੇ ਫਿਰ ਉਹਨੇ ਮੇਰੇ ਪੱਗ ਲਾਹ ਕੇ ਤੇ ਮੇਰੇ ਵਾਲਾਂ ਤੋਂ ਫੜ ਕੇ ਨਾ ਮੈਨੂੰ ਬੈੱਡ ਦੀ ਕੰਨੀ ਦੇ ਨਾਲ ਮਾਰਿਆ। ਆਹ ਮੇਰੀ ਸਾਈਡ ਦੇ ਉੱਤੇ ਅਜੇ ਵੀ ਨੀਲ ਪਿਆ, ਸਾਰਾ 1.5 ਮਹੀਨਾ ਹੋ ਗਿਆ, ਅਜੇ ਵੀ ਮੇਰਾ ਮਤਲਬ ਆਹ ਸਾਈਡ ਕੰਮ ਨਹੀਂ ਕਰਦੀ। ਤੇ ਉਸ ਤੋਂ ਬਾਅਦ ਮੇਰੇ ਪੈਰ ਦੀ ਜਿਹੜੀ ਇੱਕ ਉਂਗਲ ਉਹਨੇ ਬਰੋਕ ਕਰ ਦਿੱਤੀ, ਮੇਰਾ ਹੈਂਡ ਬਰੋਕ ਕਰ ਦਿੱਤਾ, ਮੇਰੇ ਸ਼ੋਲਡਰਾਂ 'ਤੇ ਕਾਫੀ ਸੱਟਾਂ ਮਾਰੀਆਂ। ਫਿਰ ਜਦੋਂ ਮੈਨੂੰ ਇੱਥੋਂ ਬਾਬਾ ਜੀ ਨੇ ਪੁਲਿਸ ਨੂੰ ਕਾਲ ਕਰੀ
ਤੇ ਪੁਲਿਸ ਵਾਲੇ ਆਏ ਨੇ, ਪੁਲਿਸ ਵਾਲਿਆਂ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ, ਇੱਕ ਕੁਐਸਚਨ, ਇੱਕ ਆਨਸਰ ਸਾਡੇ ਨਾਲ ਉਹਨਾਂ ਨੇ ਕੁਝ ਵੀ ਨਹੀਂ ਕਰਿਆ, ਸਿਰਫ ਉਹਦੀ ਗੱਲ ਸੁਣੀ। ਕਿਉਂਕਿ ਆ ਮੇਰੀ ਕਿਰਪਾਨ ਸੀ ਪਾਈ ਤੇ ਗਾਤਰਾ ਮੇਰੇ ਹੱਥ 'ਚ ਸੀਗਾ ਤੇ ਕਿਰਪਾਨ ਉਹਦੇ ਹੱਥ 'ਚ ਸੀ। ਉਹ ਜਦੋਂ ਉਹ ਜ਼ੋਰ ਨਾਲ ਧੱਕਾ ਮਾਰ ਕੇ ਕਿਰਪਾਨ ਖੋਹਦਾ ਸੀਗਾ, ਝਟਕਾ ਮਾਰ ਕੇ ਇੱਕ ਵਾਰੀ ਉਹਦੇ ਲੱਗੀ ਕੰਨੀ ਕਿਰਪਾਨ ਦੀ, ਫਿਰ ਮੇਰੇ ਕੋਲ ਗਾਤਰਾ ਪੈਰ ਟੁੱਟਿਆ, ਉਹ ਗਾਤਰਾ ਟੁੱਟ ਗਿਆ ਤੇ ਦੂਸਰੀ ਵਾਰੀ ਫਿਰ ਉਹਦੇ ਮਾਮੂਲੀ ਜੀ ਮੱਥੇ ਵਿੱਚ, ਤੇ ਮਾਮੂਲੀ ਜੀ ਉਹ ਮੱਥੇ ਦੇ ਵਿੱਚ ਲੱਗੀ ਹੈ। ਤੇ ਉਹ ਪੁਲਿਸ ਵਾਲੇ ਜਦੋਂ ਆਏ ਤੇ ਪੁਲਿਸ ਵਾਲਿਆਂ ਨੂੰ ਕਹਿੰਦਾ ਜੀ ਮੇਰੇ ਉੱਤੇ ਇਹਨਾਂ ਨੇ ਅਟੈਕ ਕਰਕੇ ਤੇ ਮੇਰੇ ਕਿਰਪਾਨਾਂ ਨਾਈਫ ਮਾਰੇ ਨੇ। ਹਾਂਜੀ, ਪਰ ਮੈਂ ਇੱਕ ਜ਼ਰੂਰ ਚੀਜ਼ ਪੁੱਛਦਾ ਕਿ ਲੈਂਗੁਏਜ ਬੈਰੀਅਰ ਹੈ, ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ, ਇਸ ਅਸੀਂ ਸਾਰੇ ਜਾਣਦੇ ਹਾਂ, ਬਹੁਤਾਤ ਦੇ ਵਿੱਚ ਜਿਹੜਾ ਸਾਡਾ ਇੱਥੇ ਭਾਈਚਾਰਾ ਉਹਨੂੰ ਨਹੀਂ ਆਉਂਦੀ। ਲੇਕਿਨ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਤੁਹਾਨੂੰ ਹੱਥਕੜੀਆਂ ਲਾ ਕੇ, ਪੈਰਾਂ ਨੂੰ ਬੇੜੀਆਂ ਲਾ ਕੇ ਜਿਹੜਾ 3 ਦਿਨ ਤੱਕ ਜਿਹੜਾ ਕਦੀ ਹਸਪਤਾਲ ਦੇ ਵਿੱਚ, ਕਦੀ ਪੁਲਿਸ ਥਾਣੇ ਦੇ ਵਿੱਚ ਲਿਜਾਇਆ ਗਿਆ, ਆਪਣੇ ਆਪ 'ਚ ਸੋਚਿਆ ਨਹੀਂ ਕਿ ਕਹਿਣ ਨੂੰ ਤਾਂ ਇੱਥੇ ਬਹੁਤ ਸਾਰੇ ਸਾਡੇ ਲੀਡਰ ਕਹਿੰਦੇ ਨੇ ਕਿ ਭਾਈ ਸਾਡੇ ਤੋਂ ਬਿਨਾਂ ਤਾਂ ਇੱਥੇ ਪਤਾ ਨਹੀਂ ਹਿਲਦਾ, ਇੱਥੇ ਮਿੰਟ 'ਚ ਉਹ ਜਿਹੜਾ ਮਸਲਾ ਹੱਲ ਹੋ ਜਾਂਦਾ, ਤੇ ਅਸਲੀਅਤ ਦੇ ਵਿੱਚ ਤੁਸੀਂ 3 ਦਿਨ ਜਿਹੜੇ ਇਸ ਤਰੀਕੇ ਦੇ ਟੌਰਚਰ ਦੇ ਸ਼ਿਕਾਰ ਹੁੰਦੇ ਰਹੇ? ਸਰ ਜੀ, ਮੈਂ ਜਦੋਂ ਥਾਣੇ ਗਏ ਆ ਤੇ ਉਹਨਾਂ ਨੂੰ ਮੈਂ ਕਿਹਾ ਮੇਰਾ ਹੱਥ ਕੰਮ ਨਹੀਂ ਕਰਦਾ, ਮੇਰੇ ਸ਼ੋਲਡਰ ਕੰਮ ਨਹੀਂ ਕਰਦੇ, ਆਹ ਦੇਖੋ ਆਹ ਗਾਤਰਾ ਟੁੱਟਿਆ, ਇਹ ਉਹਨੇ ਮਤਲਬ ਇੱਦਾਂ ਜ਼ੋਰ ਨਾਲ ਮੈਂ ਆਪਣੇ ਕੰਨੀ ਖਿੱਚਦਾ ਸੀ, ਉਹ ਕਿਰਪਾਨ ਮੇਰੇ ਤੋਂ ਖੋਹਦਾ ਸੀਗਾ, ਆਹ ਗਾਤਰਾ ਉਸ ਵਕਤ ਟੁੱਟਿਆ। ਹਾਂਜੀ, ਤੇ ਉਹ ਗਾਤਰਾ ਟੁੱਟਣ ਕਰਕੇ ਉਹਦੇ ਮੱਥੇ ਦੇ ਵਿੱਚ ਮਾਮੂਲੀ ਜੀ ਝਰੀਟ ਜੀ ਆਈ ਹੈ। ਹਾਂਜੀ, ਤੇ ਉਸ ਤੋਂ ਬਾਅਦ ਜਦੋਂ ਥਾਣੇ ਵਾਲਿਆਂ ਨੂੰ ਕਾਲ ਕਰੀ ਹੈ, ਪੁਲਿਸ ਆਈ ਹੈ, ਉਹਨਾਂ ਨੇ ਸਾਨੂੰ ਇੱਕ ਕੁਐਸਚਨ ਵੀ ਨਹੀਂ ਪੁੱਛਿਆ ਵੀ ਤੁਹਾਡੇ ਵਟ ਹੈਪਨ ਜਾਂ ਤੁਹਾਡੇ ਉੱਤੇ ਅਟੈਕ ਹੋਇਆ ਜਾਂ ਨਾ, ਸਾਨੂੰ ਕੁਝ ਨਹੀਂ। ਬਾਬਾ ਜੀ ਨੇ ਕਿਹਾ ਤਾਂ ਨਹੀਂ। ਫਿਰ ਆਪਣੇ ਇੱਥੇ ਬੇਟੀ ਹੈ ਇੱਕ, ਉਹ ਆ ਗਈ, ਮੱਥਾ ਟੇਕਣ ਆਈ, ਤੇ ਉਹ ਕਹਿੰਦੀ ਮੈਂ ਵਕੀਲ ਹਾਂ, ਮੇਰੇ ਨਾਲ ਗੱਲ ਕਰੋ। ਕਹਿੰਦੇ ਜੀ ਸੌਰੀ, ਯੂ ਕਮ ਔਨ ਦਾ ਕੋਰਟ। ਹਾਂਜੀ, ਜਿਹੜੀ ਗੱਲ ਕਰਨੀ ਤੁਸੀਂ ਕੋਰਟ 'ਚ ਆ ਕੇ ਕਰਿਓ। ਕਹਿਣ ਤੋਂ ਭਾਵ ਸਾਡੀ ਕਿਸੇ ਦੀ ਵੀ, ਇੱਕ ਤੇ ਚਲੋ ਸਾਡੀ ਤੇ ਇੰਗਲਿਸ਼ ਪ੍ਰੋਬਲਮ ਸੀ, ਉਹ ਕੁੜੀ ਦੀ ਤੇ ਇੰਗਲਿਸ਼ ਕੋਈ ਪ੍ਰੋਬਲਮ ਸੀ, ਬਾਬਾ ਜੀ ਦੀ ਕੋਈ ਪ੍ਰੋਬਲਮ ਨਹੀਂ ਸੀ ਇੰਗਲਿਸ਼ ਦੀ, ਲੇਕਿਨ ਇੱਕ ਵੀ ਕੁਐਸਚਨ ਨਹੀਂ ਪੁਲਿਸ ਵਾਲਿਆਂ ਨੇ ਇਹਨਾਂ ਨਾਲ ਕਰਿਆ। ਉਲਟਾ ਮੈਨੂੰ ਕਹਿੰਦੇ ਜੀ ਤੁਹਾਨੂੰ ਅਰੈਸਟ ਕਰਨਾ ਹੈ, ਮੇਰੇ ਹੱਥਕੜੀਆਂ ਲਾ ਕੇ ਲੈ ਗਏ ਨੇ। ਉਸ ਤੇ 3 ਦਿਨ ਮੈਨੂੰ ਪੂਰਾ ਟੌਰਚਰ ਕਰਿਆ ਉਹਨਾਂ ਨੇ, ਕਿਉਂਕਿ ਜਦੋਂ ਮੈਨੂੰ ਲੈ ਕੇ ਜਾਂਦੇ ਸੀ ਕਚਹਿਰੀ, ਮੇਰੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਤੇ ਹੱਥਕੜੀ ਲਾ ਕੇ, ਫਿਰ ਮੈਨੂੰ ਹੌਸਪੀਟਲ ਲੈ ਕੇ ਜਾਂਦੇ ਰਹੇ ਨੇ, ਫਿਰ ਵੀ ਮੇਰੇ ਪੈਰਾਂ 'ਚ ਬੇੜੀਆਂ, ਹੌਸਪੀਟਲ ਦੇ ਵਿੱਚ ਵੀ ਮੇਰੇ ਪੈਰਾਂ 'ਚ ਇਹਨਾਂ ਨੇ ਬੇੜੀਆਂ ਪਾ ਕੇ ਰੱਖੀਆਂ ਨੇ। ਕਿ ਮੈਂ ਕਿੱਡਾ ਕੁ ਮੈਂ ਕਾਤਲ ਸੀਗਾ ਜਿਹੜਾ ਇਹਨਾਂ ਨੇ ਮੈਨੂੰ ਐਡੀ ਵੱਡੀ ਸਜ਼ਾ ਦਿੱਤੀ ਹੈ। ਹਾਂਜੀ, ਫਿਰ ਤੀਸਰੇ ਦਿਨ ਬੁੱਧਵਾਰ ਲੈ ਕੇ ਗਏ ਨੇ, ਵੈਡਨਸਡੇ ਲੈ ਕੇ ਗਏ ਨੇ, ਫਰਾਈਡੇ ਜਾ ਕੇ ਸ਼ਾਮ ਨੂੰ 5 ਵਜੇ ਮੇਰੀ ਜ਼ਮਾਨਤ ਹੁੰਦੀ ਆ। ਹਾਂਜੀ, ਉੱਥੋਂ ਤੱਕ ਕੋਈ ਸਾਡਾ ਮੀਡੀਆ, ਕੋਈ ਸਾਡਾ ਪ੍ਰਬੰਧਕ, ਕੋਈ ਸਾਡਾ ਕੁਛ ਵੀ, ਕੋਈ ਬੰਦਾ ਉੱਥੇ ਤੱਕ ਨਹੀਂ ਪਹੁੰਚਿਆ। ਕਹਿੰਦੇ ਜੀ ਉੱਥੇ ਤੱਕ ਅਸੀਂ ਸੁਣਵਾਈ ਨਹੀਂ ਕਰ ਸਕਦੇ। ਪਰ ਮੈਨੂੰ ਨਹੀਂ ਇਸ ਗੱਲ ਦੀ ਸਮਝ ਆਉਂਦੀ, ਜੇ ਸਾਡੀ ਸਿੱਖ ਕਮਿਊਨਿਟੀ ਐਡੀ ਵੱਡੀ ਹੋਣ ਦੇ ਬਾਵਜੂਦ ਸਾਡੀ ਉੱਥੇ ਕੋਈ ਸੁਣਵਾਈ ਨਹੀਂ, ਤੇ ਫਿਰ ਸਾਡਾ ਇੱਥੇ ਦੇਸ਼ 'ਚ ਰਹਿਣ ਦਾ ਕੀ ਫਾਇਦਾ ਹੈ ਤਾਂ ਕੀ ਹੈ? ਮੈਂ ਇੱਕ ਜ਼ਰੂਰ ਇੱਥੇ ਚੀਜ਼ ਕਲੀਅਰ ਕਰਦਾ, ਇੱਥੇ ਜਿਹੜਾ ਹਮਲਾਵਰ ਹੈਗਾ ਉਹ ਕੋਈ ਬਾਹਰ ਦੀ ਜਾਤ ਦਾ ਨਹੀਂ ਹੈਗਾ, ਕਿਸੇ ਹੋਰ ਧਰਮ ਦਾ ਨਹੀਂ ਹੈ, ਆਪਣਾ ਹੀ ਗੁਰਸਿੱਖ ਹੈ। ਇੱਥੇ ਨੌਜਵਾਨ ਆਪਾਂ ਉਹਨੂੰ ਕਹਿ ਸਕਦੇ ਹਾਂ, ਲੇਕਿਨ ਦੱਸਿਆ ਜਾਂਦਾ ਕਿ ਉਹਦੀ ਹਿਸਟਰੀ ਹੈ ਕਿ ਬਹੁਤ ਸਾਰੇ ਉਹਦੇ ਬਵਾਲ ਜਿਹੜੇ ਨੇ ਰਿਚਮੰਡ ਹਿੱਲ ਇਲਾਕੇ ਦੇ ਵਿੱਚ ਰਹੇ ਨੇ। ਆਪਾਂ ਇਹ ਆਪਣੇ ਆਪ 'ਚ ਇੱਕ ਰੂਟੀਨ ਬਣ ਚੁੱਕੀ ਹੋਈ ਹੈ ਕਿ ਮੰਦਬੁੱਧੀ ਦੀਆਂ ਜਿਹੜੀਆਂ ਘਟਨਾਵਾਂ ਨੇ ਅਖੀਰ ਤੇ ਆ ਕੇ ਇੱਥੇ ਕਿ ਨਿਬੜ ਜਾਂਦਾ ਹੈ। ਲੇਕਿਨ ਸਾਡਾ ਇਹ ਫਰਜ਼ ਹੈ ਕਿ ਅਸੀਂ ਇਹ ਕਹਿੰਦੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਤਾਂ ਮਿਲਣ, ਪਰ ਦੋਸ਼ੀ ਜਿਹੜੇ ਨੇ ਉਹ ਤਾਂ ਆਰਾਮ ਨਾਲ ਉੱਥੋਂ ਜਿਹੜੇ ਨੇ ਕੁੱਟਮਾਰ ਕਰਕੇ ਆਰਾਮ ਨਾਲ ਪੁਲਿਸ ਨੂੰ ਆਪਣਾ ਬਿਆਨ ਦੇ ਕੇ ਤੇ ਫਰਾਰ। ਤੇ ਵਿਚਾਰਾ ਜਿਨ੍ਹਾਂ ਦੇ ਉੱਤੇ ਸਾਰਾ ਕੁਝ ਵਾਪਰਿਆ, ਜਿਨ੍ਹਾਂ ਦੇ ਉੱਤੇ ਹਮਲਾ ਹੋਇਆ, ਜਿਨ੍ਹਾਂ ਨੂੰ ਜਿਹੜੀ ਹੈ ਸੱਟ ਲੱਗੀ ਹੈ, ਉਹਨਾਂ ਨੂੰ 3 ਦਿਨ ਤੱਕ ਜਿਹੜਾ ਹੈ ਉਹ ਸਿਰਫ ਇਸ ਕਰਕੇ ਤਸ਼ੱਦਦ ਝੱਲਣਾ ਪਿਆ ਕਿ ਉਹਨਾਂ ਦੀ ਆਵਾਜ਼ ਨੂੰ ਜਾਂ ਉਹਨਾਂ ਨੂੰ ਐਕਸਪਲੇਨ ਜਿਹੜਾ ਨਹੀਂ ਕੀਤਾ ਗਿਆ। ਆਪਣੇ ਆਪ 'ਚ ਨਿਊਯਾਰਕ ਸਿਟੀ ਪੁਲਿਸ ਜਿਹੜੀ ਹੈਗੀ ਹੈ ਤੇ ਲਾਜ਼ ਹੈਗੇ ਨੇ, ਬਹੁਤ ਕੁਛ ਜਿਹੜਾ ਉਹਨਾਂ ਨੂੰ ਐਕਸਪਲੇਨ ਕਰਨਾ ਪੈਂਦਾ ਕਿਸੇ ਦੀ ਗ੍ਰਿਫਤਾਰੀ ਤੋਂ ਪਹਿਲਾਂ। ਪਰ ਅਸੀਂ ਇਹ ਜ਼ਰੂਰ ਕਹਿੰਦੇ ਕਿ ਉਹ ਫਰਜ਼ ਜਿਹੜਾ ਹੈ ਸਾਡੀ ਕਮਿਊਨਿਟੀ ਲੀਡਰਾਂ ਦਾ ਵੀ ਹੋਣਾ ਚਾਹੀਦਾ ਕਿ ਉਹ ਆ ਕੇ ਇੱਥੇ ਖੜ੍ਹਦੇ ਅਤੇ 3 ਦਿਨ 72 ਘੰਟੇ ਬਹੁਤ ਜ਼ਿਆਦਾ ਹੁੰਦੇ ਨੇ। ਇਹ ਨਹੀਂ ਹੈ ਕਿ ਕੋਈ 7-8 ਮਿੰਟਾਂ ਦੇ ਵਿੱਚ ਗੱਲ ਨਿਬੜ ਗਈ ਤੇ ਪਤਾ ਨਹੀਂ ਲੱਗਾ ਜੀ ਕੀ ਹੋਇਆ। 72 ਘੰਟੇ ਵਿੱਚ ਤੁਹਾਡਾ ਕੋਈ ਗੁਰੂ ਘਰ ਜਿਹੜੇ ਇੱਥੇ ਹੈਗੇ ਨੇ ਉਹਦਾ ਕੋਈ ਹੈੱਡ ਗ੍ਰੰਥੀ ਜਿਹੜਾ ਹੈ ਇਸ ਤਰੀਕੇ ਦੇ ਚੱਕਰ ਵਿਊ ਦੇ ਵਿੱਚ ਫਸਿਆ ਹੋਵੇ ਤੇ ਤੁਸੀਂ ਕਹੋਗੇ ਸਾਨੂੰ ਪਤਾ ਨਹੀਂ, ਅਸੀਂ ਤਾਂ ਬਾਅਦ 'ਚ ਵੇਖਾਂਗੇ। ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਨਹੀਂ ਚੱਲਦੀਆਂ। ਸੋ ਖਾਸ ਕਰਕੇ ਉਸ ਮੀਡੀਆ ਨੂੰ ਵੀ ਮੈਂ ਕਹਿੰਦਾ ਕਿ ਜਾਗੋ। ਜਦੋਂ ਤੁਸੀਂ ਦੋ ਧੜਿਆਂ ਦੀ ਲੜਾਈ ਦੇ ਵਿੱਚ ਆ ਜਾਂਦੇ ਹੋ ਤਾਂ ਉਦੋਂ ਤਾਂ ਮਿੰਟੋ ਮਿੰਟ ਆਪਣੀਆਂ ਖਬਰਾਂ ਲੱਗਦੀਆਂ ਨੇ। ਇਸ ਤਰੀਕੇ ਦੀ ਆਵਾਜ਼ ਨੂੰ ਆ ਕੇ ਚੁੱਕੋ। ਅਸੀਂ ਵੀ ਸ਼ਰਮਿੰਦਾ ਕਿ ਅੱਜ 1.25 ਮਹੀਨੇ ਬਾਅਦ ਸਾਨੂੰ ਪਤਾ ਲੱਗ ਰਿਹਾ ਤੇ ਅਸੀਂ ਇੱਥੇ ਆਵਾਜ਼ ਚੁੱਕਣ ਆਏ ਹਾਂ। ਪਰ ਮੈਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਇੱਕ ਵਾਰੀ ਪੈਰਾਂ ਹੱਥੋਂ ਜ਼ਮੀਨ ਨਿਕਲ ਗਈ। ਯਾਰ
ਕਿ ਸਾਡੇ ਕੀ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਨੇ ਵਾਪਰ ਸਕਦੀਆਂ ਨੇ। ਦੋ ਬਜ਼ੁਰਗ ਨੇ, ਬਜ਼ੁਰਗੋ ਤੁਸੀਂ ਵੀ ਇੱਥੇ ਆ ਜਾਓ। ਫਿਰ ਬਾਬਾ ਜੀ ਨੇ ਇਹ ਗੱਲ ਕਹੀ ਆ, ਕਹਿੰਦੇ ਕਿ ਤੁਸੀਂ ਸਾਡੇ ਹੈੱਡ ਗ੍ਰੰਥੀ ਨੂੰ ਤੁਸੀਂ ਅਰੈਸਟ ਕਰਕੇ ਲੈ ਜਾ ਰਹੇ ਹੋ, ਜੇ ਤੁਹਾਡੇ ਚਰਚ ਦੇ ਪਾਦਰੀ ਨੂੰ ਤਾਂ ਕੋਈ ਅਰੈਸਟ ਕਰਕੇ ਜਾਏ ਤੁਸੀਂ ਬਰਦਾਸ਼ਤ ਕਰੋਗੇ? ਪਰ ਉਹਨਾਂ ਨੇ ਬਾਬਾ ਜੀ ਦੀ ਕੋਈ ਗੱਲ ਨਹੀਂ ਸੁਣੀ, ਐਦਾਂ ਕੁਝ ਕਿਹਾ ਇਹਨਾਂ ਨੇ। He used the weapon that remained. ਇਹ ਸਾਡੇ ਨਾਲ ਜਿਹੜੇ ਬਜ਼ੁਰਗ ਹੈਗੇ ਨੇ, ਦੇਖੋ ਇਹ ਪਹਿਲਾਂ ਹੈੱਡ ਗ੍ਰੰਥੀ ਹੋਣਾ ਤੇ ਜਿਹੜਾ ਅਟੈਕ ਹੁੰਦਾ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਵੀ ਜਿਹੜਾ ਹਮਲਾ ਹੁੰਦਾ, ਇਹਨਾਂ ਦਾ ਮੋਬਾਈਲ ਤੋੜ ਦਿੱਤਾ ਜਾਂਦਾ ਹੈ ਅਤੇ ਇਹਨਾਂ ਦੇ ਹੱਥ ਦੇ ਉੱਤੇ ਵੀ ਸੱਟ ਲੱਗਦੀ ਹੈ। ਲੇਕਿਨ ਜਿੰਨੀ ਕੁ ਗੱਲ ਇਹ ਕਰ ਸਕਦੇ ਸੀ ਉਨੀ ਕੀਤੀ ਹੈ। ਲੇਕਿਨ ਉਸ ਤੋਂ ਬਾਅਦ ਗੱਲ ਨੂੰ ਚੁੱਕਣ ਵਾਸਤੇ, ਆਵਾਜ਼ ਨੂੰ ਚੁੱਕਣ ਵਾਸਤੇ ਜਿਹੜਾ ਹੈ ਸਾਡੇ ਆਪਣੇ ਲੋਕਾਂ ਦਾ ਖੜੇ ਹੋਣਾ ਬਹੁਤ ਜ਼ਰੂਰੀ ਸੀ। ਲੇਕਿਨ ਇੱਥੇ ਇਹ ਵੀ ਗੱਲ ਹੈਗੀ ਹੈ ਕਿ ਜੇ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਨਕੇਲ ਨਾ ਪਾਈ ਗਈ ਤਾਂ ਫਿਰ ਇਹ ਜਿਹੜਾ ਕੰਮ ਸੁਰੱਖਿਅਤ ਨਹੀਂ ਹੈਗਾ। ਸਾਨੂੰ ਜਿਹੜਾ ਸੀਰੀਅਸਲੀ ਵੇਖਣਾ ਪੈਣਾ, ਕਿਉਂਕਿ ਅਸੀਂ ਇਹ ਜਾਣਦੇ ਹਾਂ ਕਿ ਇੱਥੇ ਸਾਡੇ ਬਹੁਤਾਤ ਦੇ ਵਿੱਚ ਗੁਰੂ ਘਰ ਹੈਗੇ ਨੇ ਤੇ ਸਵੇਰ ਦੇ ਸਮੇਂ ਦੇ ਵਿੱਚ ਬਹੁਤ ਘੱਟ ਜਿਹੜੇ ਨੇ ਸਾਡੇ ਸੰਗਤ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਹੁੰਦੀ ਹੈ। ਅਤੇ ਜੇ ਇਸ ਤਰੀਕੇ ਦੇ ਜਿਹੜੇ ਸ਼ਰਾਰਤੀ ਤੱਤਵ ਨੇ, ਜਿਨ੍ਹਾਂ ਨੂੰ ਨਾ ਰਹਿਣ ਵਾਸਤੇ ਕੋਈ ਛੱਤ ਹੈ, ਨਾ ਕਿਤੇ ਅਵਾਰਾ ਤਰੀਕੇ ਨਾਲ ਤੁਰੇ ਫਿਰਦੇ ਨੇ, ਜੋ ਇਸੇ ਤਰੀਕੇ ਨਾਲ ਆ ਕੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਹਮਲਾ ਕਰਦੇ ਰਹੇ, ਤਾਂ ਸਾਨੂੰ ਇਹਦੇ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਪਵੇਗਾ ਕਿ ਅਸੀਂ ਕਰ ਕੀ ਰਹੇ ਹਾਂ। ਸਰਦਾਰ ਦਲੇਰ ਸਿੰਘ ਜੀ, ਜ਼ਰੂਰ ਸਾਡੇ ਨਾਲ ਇਸ ਵੇਲੇ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਦੇ ਮੁੱਖ ਸੇਵਾਦਾਰ ਸਰਦਾਰ ਦਲੇਰ ਸਿੰਘ ਜੀ ਹੈਗੇ ਨੇ। ਸਰਦਾਰ ਦਲੇਰ ਸਿੰਘ ਜੀ, ਇੱਕ ਕਦਮ ਪਿੱਛੇ ਆ ਜਾਓ। ਸਰਦਾਰ ਦਲੇਰ ਸਿੰਘ ਜੀ, ਤੁਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਅਸੀਂ ਭਾਈ ਸਾਹਿਬ ਨੂੰ ਜਿਹੜਾ ਸੰਪਰਕ ਕਰੀਏ ਕਿ ਕੀ ਵਾਪਰਿਆ, ਪਹਿਲਾਂ ਘਟਨਾ ਦਾ ਪਤਾ ਹੋਵੇ। ਅੱਜ ਜਦੋਂ ਆਏ ਹਾਂ, ਜਦੋਂ ਸਾਰਾ ਕੁਝ ਸੁਣਿਆ, ਇੱਕ ਵਾਰੀ ਐਂ ਨਹੀਂ ਲੱਗਦਾ ਕਿ ਆਪਾਂ ਪਤਾ ਨਹੀਂ ਕੀ ਹੋ ਗਿਆ, ਅਚੰਭਤ ਨਹੀਂ ਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਇਹ ਘਟਨਾ ਵਾਪਰੀ ਨਾ, ਮੈਨੂੰ ਫੋਨ ਗਿਆ ਤੇ ਮੈਂ ਇਹਨਾਂ ਨੂੰ ਨਾ ਪੁਲਿਸ ਵਾਲਿਆਂ ਦਾ ਨੰਬਰ ਦਿੱਤਾ ਵੀ ਤੁਸੀਂ ਉਹਨਾਂ ਨੂੰ ਕਾਲ ਕਰੋ। ਫਿਰ ਉਹਨਾਂ ਨੇ ਕਿਹਾ ਇਹ ਟੇਕ ਕੇਅਰ ਕਰਨੇ ਆ। ਬਾਅਦ ਵਿੱਚ ਇਹਨਾਂ ਦੇ ਕੁਝ ਕਾਰਨ ਕਰਕੇ ਵੀ ਉਹ ਮੇਰੇ ਨਾਲ ਫਿਰ ਦੁਬਾਰਾ ਸੰਪਰਕ ਨਹੀਂ ਹੋ ਸਕਿਆ। ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਗੱਲ ਇੱਥੇ ਤੱਕ ਪਹੁੰਚੇਗੀ ਜਾਂ ਇਵੇਂ ਹੋਏਗਾ। ਉਹ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਲੈ ਗਏ ਔਰ ਜੋ ਇਹਨਾਂ ਨਾਲ ਕੀਤਾ ਗਿਆ ਉੱਥੇ ਪੁਲਿਸ ਵੱਲੋਂ ਉਹ ਮੈਂ ਦੇਖਿਆ। ਲੇਕਿਨ ਉਹ ਜਿਹੜਾ ਮੁੰਡਾ ਹੈਗਾ ਜਿਹਨੇ ਇਹ ਕੀਤਾ, ਹੁਣ ਉਹ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਵੀ ਸਿੱਖ ਸੈਂਟਰ ਵੀ ਜਾਂਦਾ ਹੈ, ਰਿਚਮੰਡ ਹਿੱਲ ਵੀ ਜਾਂਦਾ, ਉਹ ਸਾਰੀ ਥਾਵਾਂ 'ਤੇ ਜਾਂਦਾ ਹੈਗਾ। ਲੇਕਿਨ ਉਹ ਆਪਣੇ ਆਪ ਨੂੰ ਲੋਕ ਉਹਨੂੰ ਜ਼ਿਆਦਾ ਛੇੜਦੇ ਨਹੀਂ, ਕਿਉਂਕਿ ਜਿਵੇਂ ਮਾਈਂਡਲ ਹੁੰਦਾ ਉਸ ਤਰੀਕੇ ਦੇ ਨਾਲ ਉਹ ਬੰਦਾ ਹੈਗਾ, ਪਰ ਮੈਂਟਲ ਨਹੀਂ ਹੈਗਾ। ਉਹ ਬੰਦਾ ਬਹੁਤ ਸ਼ਾਰਪ ਦਿਮਾਗ ਦਾ। ਉਹ ਬੰਦਾ ਮੈਂਟਲ ਨਹੀਂ ਹੁੰਦਾ, ਮਾਰ ਕੁੱਟ ਕੇ ਫਿਰ ਮੁੜ ਕੇ ਪੁਲਿਸ ਨੂੰ ਕਾਲ ਕਰਕੇ ਤੇ ਆਪ ਸ਼ਾਤਰ ਦਿਮਾਗ ਨਾਲ ਸੱਚਾ ਬਣ ਜਾਏ। ਤਾਂ ਮੈਂ ਅਪੀਲ ਕਰਦਾ ਸਾਰੇ ਗੁਰਦੁਆਰਿਆਂ ਨੂੰ, ਜਿਹੜੇ ਵੀ ਇਵੇਂ ਦੇ ਸ਼ਰਾਰਤੀ ਅਨਸਰ ਨੇ, ਜਿਹੜੇ ਵੀ ਜਿੱਥੇ ਵੀ ਕੋਈ ਰਹਿੰਦਾ ਜਾਂ ਗੁਰਦੁਆਰਿਆਂ 'ਚ ਆਉਂਦਾ, ਸਾਰੇ ਇੱਕ ਮਤਾ ਪਾਓ, ਇਵੇਂ ਦੇ ਅਨਸਰਾਂ ਨੂੰ ਆਹੀ ਆਪਣੇ ਤੋਂ ਦੂਰ ਭਜਾਈਏ। ਕਿਉਂਕਿ ਜਿੰਨੀ ਵੀ ਹੁਣ ਤੁਸੀਂ ਇੰਡੀਆ 'ਚ ਵੇਖ ਰਹੇ ਹੋ, ਕਿੱਥੇ ਜਿੱਥੇ ਮਰਜ਼ੀ ਵੇਖ ਰਹੇ ਹੋ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਗ੍ਰੰਥੀਆਂ ਦੀ ਬੇਅਦਬੀ ਹੋ ਰਹੀ, ਜਿਹੜਾ ਮਰਜ਼ੀ ਪਾਠ ਕਰਦੇ ਨੂੰ ਆ ਕੇ ਚੰਡਾਂ ਨੂੰ ਕੁੱਟ ਜਾਂਦੇ ਨੇ, ਕਈ ਕੁਛ ਹੋ ਜਾਂਦਾ। ਲੇਕਿਨ ਉਹ ਕਿਉਂ ਫਿਰ ਬਾਅਦ 'ਚ ਕੀ ਹੋ ਜਾਂਦਾ ਜੀ, ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ, ਕਿਉਂਕਿ ਸਾਡੇ ਨਾਲ ਹੀ ਪੰਗੇ ਲੈਣੇ ਨੇ। ਹੋਰ ਕੋਈ ਬੰਦਾ ਇਹਨੂੰ ਲੱਭਦਾ ਨਹੀਂ ਵੀ ਦਿਮਾਗੀ ਸੰਤੁਲਨ ਠੀਕ ਨਹੀਂ। ਇਹ ਚਰਚ 'ਚ ਨਹੀਂ ਜਾਣਾ, ਹੋਰ ਕਿਤੇ ਨਹੀਂ ਜਾਣਾ, ਹੋਰ ਕਿਧਰੇ ਜਾ ਕੇ ਨਹੀਂ ਬੇਅਦਬੀ ਕਰਨੀ, ਇੱਥੇ ਸਾਡੇ ਗੁਰੂ ਘਰ ਹੀ ਲੱਭਦੇ ਨੇ ਉਹਨੂੰ। ਮੈਂ ਕਹਿੰਦਾ ਵੀ ਸਾਰੇ, ਜਦੋਂ ਤੱਕ ਮੈਂ ਹਰ ਵਾਰੀ ਇੱਕੋ ਗੱਲ ਬੋਲਦਾ ਹੈਗਾ ਵੀ ਅਸੀਂ ਸਾਰੇ ਰਲ ਕੇ ਇਹ ਜਿਹੜੇ, ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਸਾਡਾ ਇਹ ਮਸਲਾ ਹੱਲ ਨਹੀਂ ਹੋਣਾ। ਇਹ ਬੇਅਦਬੀਆਂ ਐਵੇਂ ਹੁੰਦੀਆਂ ਰਹਿਣੀਆਂ ਨੇ। ਲੇਕਿਨ ਅਸੀਂ ਕੋਸ਼ਿਸ਼ ਕਰੀਏ ਇਹਨਾਂ ਨੂੰ ਨੱਥ ਤਾਂ ਪਾ ਸਕਦੇ ਜੇ ਅਸੀਂ ਸਾਰੇ ਇਕੱਠੇ ਹੋਈਏ। ਸਾਰੇ ਜੇ ਉਸ ਬੰਦੇ ਨੇ ਇੱਥੇ ਕੀਤਾ, ਉਹ ਕੱਲ੍ਹ ਨੂੰ ਇਹ ਦੂਸਰੇ ਗੁਰੂ ਘਰ 'ਚ ਵੀ ਕਰ ਸਕਦਾ। ਇਸ ਕਰਕੇ ਉਸ ਦੀ ਫੋਟੋ ਲਵੋ, ਫੋਟੋ ਇਹਦੇ 'ਤੇ ਅਸੀਂ ਤੁਹਾਨੂੰ ਟੀ ਵੀ 'ਤੇ ਦਿਖਾਵਾਂਗੇ ਬਾਅਦ 'ਚ। ਉਹਦੀ ਫੋਟੋ ਲਓ, ਆਪਣੇ ਗੁਰਦੁਆਰੇ ਦੇ ਬਾਹਰ ਫੋਟੋ ਲਾਓ, ਉਹਨੂੰ ਗੁਰੂ ਘਰ ਆਉਣ ਤੋਂ ਮਨਾ ਕਰੋ। ਪੁਲਿਸ ਦੇ ਵਿੱਚ ਕੰਪਲੇਂਟ ਕਰਕੇ, ਸਾਰੇ ਰਲ ਕੇ ਕੰਪਲੇਂਟ ਕਰਕੇ ਉਹਨੂੰ ਗੁਰਦੁਆਰਿਆਂ 'ਚ ਆਉਣਾ ਬੰਦ ਕਰੋ, ਤਾਂ ਇਹ ਨਿਬੜ ਸਕਦਾ ਕੰਮ। ਨਹੀਂ ਤੇ ਉਵੇਂ ਤੇ ਇਹਨਾਂ ਦਾ ਕੀ ਹੈ, ਜਦੋਂ ਮਰਜ਼ੀ ਆ ਕੇ ਜਿਹਨੂੰ ਮਰਜ਼ੀ ਗੱਲ ਪੈ ਸਕਦੇ ਨੇ। ਮੰਨ ਲਓ ਮੈਂ ਬਾਹਰ ਨਿਕਲਾ, ਮੇਰੇ ਗੱਲ ਪੈ ਜੇ, ਮੈਂ ਕੀ ਕਰਾਂਗਾ? ਫਿਰ ਮੁੜ ਕੇ ਉਹ ਪੁਲਿਸ ਨੂੰ ਕਾਲ ਕਰਨੀ, ਫਿਰ ਉਹ ਹਰਾਸਮੈਂਟ ਦੋਵਾਂ ਪਾਸੇ ਹੋਣੀ। ਇਸ ਕਰਕੇ ਉਹਦੇ 'ਤੇ ਕੋਰਟ ਦੇ ਥਰੂ ਉਹਦੇ 'ਤੇ ਐਲੀਗੇਸ਼ਨ ਜ਼ਰੂਰ ਲਿੱਤਾ ਜਾਵੇ, ਉਹਨਾਂ ਨੂੰ ਪਿੱਛਾ ਢਾਕ ਕੇ ਰੱਖਿਆ ਜਾਵੇ। ਮੈਨੂੰ ਪਤਾ ਲੱਗਿਆ ਕਿ ਤੁਸੀਂ ਸਿੱਖ ਕੋਲੇਜਨ ਵਾਲਿਆਂ ਨਾਲ ਵੀ ਗੱਲ ਕੀਤੀ ਹੈ ਕਿ ਇਸ ਤਰੀਕੇ ਦੀ ਜਿਹੜੀਆਂ ਘਟਨਾਵਾਂ ਨੇ ਰੋਕਣ ਵਾਸਤੇ, ਕਿਉਂਕਿ ਹੁਣ ਇਹ ਜਦੋਂ ਕੋਰਟ ਦੇ ਵਿੱਚ ਮਸਲਾ ਚਲਾ ਜਾਂਦਾ ਤਾਂ ਫਿਰ ਉਹਨੂੰ ਕਾਨੂੰਨੀ ਤੌਰ 'ਤੇ ਜਿਹੜਾ ਲੜਨਾ ਪਏਗਾ। ਤੁਹਾਡੀ ਆਪਣੀ ਜਿਹੜੀ ਕਮਿਊਨਿਟੀ ਆ, ਉਹਨੂੰ ਕੀ ਰਾਏ ਹੈਗੀ ਹੈ, ਕੀ ਉਹਨਾਂ ਨੂੰ ਐਡਵਾਈਜ਼ ਹੈ ਕਿ ਭਾਈ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਸਾਨੂੰ ਕਿਸ ਤਰੀਕੇ ਨਾਲ ਜਿਹੜੀ ਮੀਟਿੰਗ ਕਰਕੇ ਪਹਿਲਾਂ ਇਸ ਮਸਲੇ ਨੂੰ ਹੱਲ ਕਰਨਾ ਪਏਗਾ, ਕਿਉਂਕਿ ਇਹ ਰਿਚਮੰਡ ਦੀ ਘਟਨਾ ਹੈ? ਯਾਰ ਅਸੀਂ ਇਕੱਠੇ ਹੁੰਦੇ ਨਹੀਂ ਨਾ, ਇਹ ਤਾਂ ਸਭ ਤੋਂ ਵੱਡੀ ਸਾਡੀ ਬੇਵਕੂਫੀ ਹੈ ਨਾ। ਸਾਡੇ ਅਸੀਂ ਇਕੱਠੇ ਨਹੀਂ ਹੁੰਦੇ ਪਏ। ਜਦੋਂ ਅਸੀਂ ਸਾਰੇ ਇਕੱਠੇ ਹੋ ਜਾਈਏ, ਕਿਹੜਾ ਐਸਾ ਮਸਲਾ ਜਿਹੜਾ ਅਸੀਂ ਹੱਲ ਨਹੀਂ ਕਰ ਸਕਦੇ? ਅਸੀਂ ਤਮਾਸ਼ਾ ਦੇਖਣ ਵਾਲੇ ਤਮਾਸ਼ਗੀਰ ਬਣ ਗਏ ਆ, ਇੱਕ ਦੂਸਰੇ ਤਮਾਸ਼ਾ ਵੇਖਣੇ। ਉਸ ਗੁਰਦੁਆਰੇ 'ਚ ਇਹ ਹੋ ਰਿਹਾ, ਉਸ ਗੁਰਦੁਆਰੇ 'ਚ, ਉਹਦੇ ਉੱਤੇ ਐਕਸ਼ਨ ਨਹੀਂ ਲੈਣਾ ਵੀ ਇਹ ਕਿਉਂ ਹੋ ਰਿਹਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪੂਰੇ ਸਿੱਖਾਂ ਦੀ ਬਦਨਾਮੀ ਹੈ, ਪੂਰਿਆਂ ਦੇ। ਵੀ ਇੱਕ ਵੀ ਸਿੱਖ ਨੂੰ ਕੋਈ ਇਵੇਂ ਦਾ ਅਸਰ ਹੋਵੇ ਕਿ ਜਦੋਂ ਇਹਨਾਂ ਦੇ ਹੱਥ 'ਚ ਹੱਥਕੜੀਆਂ ਲਾਈਆਂ, ਪੈਰਾਂ ਨੂੰ ਬੇੜੀਆਂ ਲਾ ਕੇ ਉੱਥੇ ਹਸਪੀਟਲ 'ਚ ਲਈ ਫਿਰਦੇ ਲੋਕ, ਜਿਹੜੇ ਵੇਖਦੇ ਉਹ ਕੀ ਵੇਖਦੇ ਸੀ? ਇੱਕ ਉਹ ਸਿੱਖ ਹੀ ਨਜ਼ਰ ਆ ਰਿਹਾ, ਉਹਨੂੰ ਇਹ ਤਾਂ ਨਹੀਂ ਪਤਾ ਪਿਛਲਾ ਇਹਦਾ ਕੀ ਗੱਲ ਹੋਈ।
ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ, ਸਾਰੀਆਂ ਗੁਰਦੁਆਰੇ ਦੀਆਂ ਕਮੇਟੀਆਂ ਇਕੱਠੇ ਹੋ ਕੇ ਸਾਨੂੰ ਇਵੇਂ ਦੀਆਂ ਚੀਜ਼ਾਂ ਤੇ ਐਕਸ਼ਨ ਲੈਣਾ ਪਏਗਾ, ਉਹਦੇ ਕੇਸ ਲੜਨੇ ਪੈਣਗੇ, ਸਭ ਕੁਝ ਕਰਨਾ ਪਏਗਾ, ਤਾਂ ਅਸੀਂ ਕਾਮਯਾਬ ਹਾਂ। ਨਹੀਂ ਤਾਂ ਫਿਰ ਮਿੱਤਰੋ, ਅੱਜ ਇਹਨਾਂ ਦੀ ਵਾਰੀ ਹੈ, ਉਹ ਕਹਿੰਦਾ ਹੈ ਵੀ ਜਿਹੜਾ ਗੁਆਂਢੀ ਦੇ ਘਰ ਹੋਇਆ, ਕੱਲ ਨੂੰ ਇਹ ਵੀ ਜਾਣ ਤੇਰੇ ਘਰ ਵੀ ਹੋ ਸਕਦਾ ਹੈਗਾ। ਹਾਂਜੀ, ਮੈਂ ਜ਼ਰੂਰ ਇੱਥੇ ਦੱਸਣਾ ਚਾਹੁੰਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਜਿਹੜਾ ਨਿਊਯਾਰਕ ਸਿਟੀ ਦਾ ਹਿਊਮਨ ਰਾਈਟ ਕਮਿਸ਼ਨ ਹੈ, ਉਹਦੇ ਵਿੱਚ ਸਾਡੇ 2 ਦਸਤਾਰਧਾਰੀ ਜਿਹੜੇ ਨੇ ਕਮਿਸ਼ਨਰ ਨੇ ਇਸ ਵੇਲੇ। ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੈਗਾ। ਤੇ ਇੱਥੇ ਹੁਣ ਸਵਾਲ ਮੈਂ ਇਹ ਪਾ ਦਿੰਦਾ ਹੈ ਕਿ ਸਾਡੇ ਜਿਹੜੇ ਹੈੱਡ ਗ੍ਰੰਥੀ ਨੇ ਇਸ ਗੁਰੂ ਘਰ ਦੇ, ਜਿਨ੍ਹਾਂ ਨੂੰ 3 ਦਿਨ ਤੱਕ ਜਿਹੜਾ ਹੱਥ ਕੜੀਆਂ ਤੇ ਬੇੜੀਆਂ ਲਾ ਕੇ ਜਿਹੜਾ ਘੁਮਾਉਂਦੇ ਰਹੇ, ਜਿਹੜਾ ਇਹਨਾਂ ਦੇ ਹਿਊਮਨ ਰਾਈਟ ਦੀ ਵਾਇਲੇਸ਼ਨ ਹੋਈ ਹੈ, ਕਿਉਂਕਿ ਇਹ ਤਾਂ ਵਿਚਾਰੇ ਇਹਨਾਂ ਦੇ ਉੱਤੇ ਤਾਂ ਅਟੈਕ ਹੋਇਆ, ਪਰ ਕਿਉਂਕਿ ਉਹ ਬੈਰੀਅਰ ਦੇ ਕਰਕੇ, ਲੈਂਗੁਏਜ ਬੈਰੀਅਰ ਕਰਕੇ ਦੱਸ ਨਹੀਂ ਸਕੇ, ਤੇ ਹੁਣ ਇਹਨਾਂ ਦੇ ਜਿਹੜੇ ਹਿਊਮਨ ਰਾਈਟ ਦੀ ਵਾਇਲੇਸ਼ਨ ਹੋਈ ਹੈ, ਉਹਦੀ ਆਵਾਜ਼ ਅਸੀਂ ਕਦੋਂ ਜਾ ਕੇ ਚੁੱਕਾਂਗੇ। ਮੈਨੂੰ ਪਤਾ ਹੈ ਕਿ ਸਰਦਾਰ ਰਘਬੀਰ ਸਿੰਘ ਸੁਬਾਨਪੁਰ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੀਆਂ ਨੇ ਉਹ ਮਜਬੂਰੀਆਂ ਨੇ, ਇਸ ਵੇਲੇ ਉਹ ਇੰਡੀਆ ਗਏ ਹੋਏ ਨੇ, ਉਹ ਇੱਕ ਜਿਹੜੀ ਅਚਨਚੇਤ ਡੈਥ ਹੋਈ ਹੈ। ਲੇਕਿਨ ਮੈਂ ਜ਼ਰੂਰ ਕਹਿੰਦਾ ਕਿ ਉਹਨਾਂ ਤੋਂ ਬਾਅਦ ਇੱਥੇ ਬਹੁਤ ਸਾਰੇ ਇਹੋ ਜਿਹੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਗੁਰੂ ਘਰ ਦੇ ਕਮੇਟੀਆਂ ਨੂੰ ਇੱਥੇ ਇਕੱਠੇ ਹੋ ਕੇ ਆਉਣਾ ਚਾਹੀਦਾ ਸੀ। ਇੱਕ ਆਵਾਜ਼ ਦੇ ਵਿੱਚ ਇੱਥੇ ਪੁਲਿਸ ਕਮਿਸ਼ਨ ਜਿਹੜੇ ਨੇ ਉਹਨਾਂ ਨੂੰ ਸੱਦਿਆ ਜਾਂਦਾ ਅਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਆ ਕੇ ਇੱਥੇ ਆਵਾਜ਼ ਜਿਹੜੀ ਹੈ ਦੱਸੋ ਕਿ ਸਾਡੇ ਨਾਲ ਕੀ ਵਾਪਰਿਆ। ਕੱਲ 118 ਗੁਰੂ ਘਰ, ਜਿਹਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਕਿਹਾ ਜਾਂਦਾ, ਉਹਦੇ ਬਾਹਰ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਹਦੇ ਵਿੱਚ ਇਲੈਕਟਡ ਅਫੀਸ਼ੀਅਲ ਹੁੰਦੇ ਨੇ, ਗਿਣਤੀ ਦੇ 15 ਬੰਦੇ ਜਿਹੜੇ ਨੇ ਖੜ ਕੇ ਉੱਥੇ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਇੱਕ ਜਿਹੜਾ ਨਿਊਯਾਰਕ ਸਟੇਟ ਪੁਲਿਸ ਦਾ ਜਿਹੜਾ ਟਰੂਪਰ ਹੈਗਾ, ਉਹਦੇ ਨਾਲ ਜਿਹੜਾ ਵਧੀਕੀਆਂ ਹੋ ਰਹੀਆਂ ਨੇ, ਪਰ ਸਾਡੇ ਨਾਲ ਜਿਹੜੀ ਇੱਥੇ ਵਧੀਕੀ ਹੋਈ ਉਹਦਾ ਇੱਕ ਸ਼ਬਦ ਨਹੀਂ ਬੋਲਿਆ ਗਿਆ। ਇਹ ਅਸਲ ਦੇ ਵਿੱਚ ਜਿਹੜੀਆਂ ਨੇ ਸਾਡੀਆਂ ਅਸਲੀਤਾਂ ਨੇ। ਸੋ ਸਾਨੂੰ ਜਿਹੜਾ ਰਲ ਮਿਲ ਕੇ ਸੋਚਣਾ ਪਏਗਾ ਕਿ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਆਪਣੀ ਵਾਈ ਵਾਲੇ ਪਾਸੇ ਨੂੰ, ਜਾਂ ਸੱਚਮੁੱਚ ਜੇ ਅਸੀਂ ਇਹਨੂੰ ਮਿੰਨੀ ਪੰਜਾਬ ਕਿਹਾ ਤਾਂ ਮਿੰਨੀ ਪੰਜਾਬ ਦੇ ਵਿੱਚ ਜਿਹੜੇ ਆਪਣੇ ਨੇ ਉਹਨਾਂ ਦੇ ਨਾਲ ਖੜਨਾ ਵੀ ਅਸੀਂ ਸਿੱਖਣਾ ਹੈ ਕਿ ਨਹੀਂ ਸਿੱਖਣਾ ਹੈ। ਸੋ ਉਮੀਦ ਕਰਦੇ ਹਾਂ ਹੁਣ ਖਬਰ ਜਿਹੜੀ ਨਸ਼ਰ ਹੋਈ ਹੈ, ਇਸ ਤੋਂ ਬਾਅਦ ਫੋਨ ਕਾਲਾਂ ਦਾ ਹੁਣ ਦੌਰ ਸ਼ੁਰੂ ਹੋਏਗਾ, ਮੀਟਿੰਗਾਂ ਦਾ ਦੌਰ ਸ਼ੁਰੂ ਹੋਏਗਾ, ਤੇ ਇਹਨਾਂ ਦੀ ਪਿੱਠ ਦੇ ਪਿੱਛੇ ਖੜਨ ਵਾਲੇ ਲੋਕ ਜਿਹੜੇ ਨੇ ਹੁਣ ਸਾਹਮਣੇ ਆਉਣਗੇ। ਇਹ ਜਿਹੜਾ ਬਹੁਤ ਜ਼ਰੂਰੀ ਹੈ। ਆਓ ਜਪਨੀਤ ਜੀ, ਸਾਡੇ ਨਾਲ ਸਰਦਾਰ ਜਪਨੀਤ ਸਿੰਘ ਜੀ ਹੈਗੇ ਨੇ, ਪੋਲੀਟੀਕਲੀ ਕਾਫੀ ਐਕਟਿਵ ਹੈਗੇ ਨੇ, ਤੇ ਖਾਸ ਤੌਰ ਤੇ ਇਸ ਗੱਲ ਨੂੰ ਹੁਣ ਇਹਨਾਂ ਨੇ ਜਿਹੜਾ ਸਾਡੇ ਨਾਲ ਐਕਟਿਵ ਕੀਤਾ ਕਿ ਆਓ ਜੀ ਭਾਜੀ, ਇਹ ਸਾਡੇ ਜਿਹੜਾ ਵਾਪਰ ਚੁੱਕਾ ਹੋਇਆ। ਜਪਨੀਤ, ਇਹ ਸਾਰਾ ਕੁਝ ਜਿਹੜਾ ਹੋਇਆ ਤੁਹਾਡੇ ਸਾਹਮਣੇ, ਤੁਹਾਨੂੰ ਕੀ ਲੱਗਦਾ ਕਿ ਹੁਣ ਸਾਨੂੰ ਕਿਸ ਤਰੀਕੇ ਨਾਲ ਇਸ ਕੇਸ ਨੂੰ ਜਿਹੜਾ ਅੱਗੇ ਫਾਰਵਰਡ ਕਰਨਾ ਪਏਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲੀ ਵਾਰੀ ਆਬਵੀਅਸਲੀ ਹੋਇਆ ਨਹੀਂ ਕਿ ਜਿਹੜਾ ਸਾਡਾ ਇੱਕ ਹੈੱਡ ਗ੍ਰੰਥੀ ਤਾਂ ਹੈਗੇ ਨੇ, ਪਰ ਇੱਕ ਸਾਡੇ ਬਜ਼ੁਰਗ ਵੀ ਹੈਗੇ ਨੇ, ਰਾਈਟ। ਪਿਛਲੇ ਸਾਲ ਸਾਡੇ ਬਜ਼ੁਰਗਾਂ 'ਤੇ 7 ਵਾਰੀ ਅਟੈਕ ਹੋਇਆ। ਹੁਣ ਜਦੋਂ ਦੂਜੀ ਕੌਮ ਤੋਂ ਜਾਂ ਦੂਜੀ ਐਥਨਿਸਿਟੀ ਕੋਈ ਬੰਦਾ ਆਣ ਕੇ ਸਾਨੂੰ ਅਟੈਕ ਕਰਦਾ, ਆਪਾਂ ਸਾਰੇ ਇਕੱਠੇ ਹੋ ਜਾਂਦੇ ਹਾਂ। ਹੁਣ ਸਾਡਾ ਹੈੱਡ ਗ੍ਰੰਥੀ ਗੁਰੂ ਘਰ ਦੇ ਅੰਦਰ, ਦਰਬਾਰ ਹਾਲ ਦੇ ਅੰਦਰ ਆਣ ਕੇ ਕਿਸੇ ਨੂੰ ਕੋਈ ਅਟੈਕ ਕਰਦਾ ਤੇ ਕੋਈ ਵੀ ਗੱਲ ਨਹੀਂ ਕਰਦਾ। ਜੈਸੇ ਬਾਬਾ ਜੀ ਨੇ ਮੈਨੂੰ ਫੋਨ ਕਰਕੇ ਦੱਸਿਆ, ਮੈਂ ਕਿਹਾ ਓਕੇ, ਮੈਂ ਆਣ ਕੇ ਬਾਬਾ ਜੀ ਪਹਿਲਾਂ ਮਿਲਾਂ ਤੇ ਪੂਰੀ ਸਟੋਰੀ ਸੁਣਾ। ਤੇ ਜੈਸਾ ਮੈਂ ਸੁਣਿਆ, ਆਈ ਥਿੰਕ ਉਸ ਤੋਂ ਘੰਟੇ ਕੁ ਬਾਅਦ ਮੈਂ ਅੰਕਲ ਜੀ ਨੂੰ ਫੋਨ ਕੀਤਾ, ਦਲੇਰ ਅੰਕਲ ਨੂੰ, ਕਿ ਸਾਨੂੰ ਪਹਿਲੀ ਤੇ ਮੇਨ ਗੱਲ ਪੰਥਕ ਮੀਟਿੰਗ ਬੁਲਾਉਣੀ ਚਾਹੀਦੀ ਹੈ ਇਸ ਮਾਮਲੇ ਨੂੰ ਹੱਲ ਕਰਨ ਲਈ, ਕਿਉਂਕਿ ਅੱਜ ਇੱਥੇ ਹੋਇਆ, ਕੱਲ ਜਿੱਥੇ ਮਰਜ਼ੀ ਹੋ ਸਕਦਾ ਹੈ। ਜਿੱਦਾਂ ਅੰਕਲ ਨੇ ਕਿਹਾ ਕਿ ਇਹ ਬੰਦਾ 114 ਗੁਰਦੁਆਰੇ ਵੀ ਜਾਂਦਾ ਹੈ, ਕੀ ਪਤਾ 118 ਵੀ ਜਾਂਦਾ ਹੋਏ, ਕੀ ਪਤਾ ਵੈਨਵਿਕ ਗੁਰਦੁਆਰੇ ਵੀ ਜਾਂਦਾ ਹੋਏ। ਸੋ ਵੀ ਨੀਡ ਟੂ ਮੇਕ ਸ਼ੋਰ ਐਜ਼ ਏ ਪੰਥ we need to come together। ਇਹ ਮਸਲਾ ਨਹੀਂ ਕਿ ਭਗਤੀ ਘਰ ਹੋਇਆ ਕਿ ਭਗਤੀ ਘਰ ਦਾ ਮਸਲਾ ਹੈ, no, this is a sick issue। ਐਂਡ ਜਿੱਦਾਂ ਤੁਸੀਂ ਕਿਹਾ ਕਿ we have a lot of leaders in this community, ਇਹ ਸਾਨੂੰ ਗਰਵ ਕਿ ਇੰਨੇ ਕਮਿਊਨਿਟੀ ਲੀਡਰ ਹੈਗੇ ਨੇ ਆਪਣੇ, ਪਰ there's no point of being a community leader ਜੇ ਆਪਾਂ ਆਪਣੀ ਪੂਰੀ ਕਮਿਊਨਿਟੀ ਵਾਸਤੇ ਖੜਨਾ ਨਹੀਂ ਹੈ। We have Guyanese leaders in our attendance right now, and I'm grateful for the coalition because this is not just a Sikh issue, this could happen at a mandir, a mosque, a church। ਸੋ ਸਾਡਾ ਫਰਜ਼ ਹੈ ਕਿ ਆਪਾਂ ਰਲ ਮਿਲ ਕੇ ਇਹ ਆਵਾਜ਼ ਬੁਲੰਦ ਕਰੀਏ। ਬਿਲਕੁਲ, ਆਪਣੇ ਆਪ 'ਚ ਕਹਿ ਸਕਦੇ ਹਾਂ ਕਿ ਸਵੇਰ ਦੇ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ, ਅਸੀਂ ਇਹ ਅਗਰ ਸਮੇਂ ਨੂੰ ਆਪਣੀ ਅੱਖਾਂ ਦੇ ਵਿੱਚ ਸਹੀ ਤਰੀਕੇ ਨਾਲ ਘੁਮਾਉਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਆਪਣੇ ਆਪ, ਤੁਹਾਨੂੰ ਇਹ ਕੰਬਣੀ ਛੜੇਗੀ ਕਿ ਮੰਨ ਲਓ ਕਿ ਇੱਕ ਤਾਬਿਆ 'ਤੇ ਬੈਠਾ ਇੱਕ ਸਿੰਘ ਜਿਹੜਾ ਉਹ ਆਪਣੇ ਜਿਹੜਾ ਨਿੱਤ ਕਿਰਿਆ ਦੇ ਵਿੱਚ ਜਿਹੜਾ ਉਹ ਕੀਰਤਨ ਕਰ ਰਿਹਾ ਜਾਂ ਉੱਥੇ ਜਿਹੜਾ ਉਹ ਪਾਠ ਨੂੰ ਜਿਹੜਾ ਕਰ ਰਿਹਾ, ਤੇ ਉਹਦੇ ਸਾਹਮਣੇ ਇੱਕ ਉਹੋ ਹੀ ਬੰਦਾ ਆ ਕੇ ਜਿਹੜਾ ਉਹ ਬੈਠਾ ਹੋਵੇ, ਤਾਂ ਮਨ ਤੇ ਸਮਝੋ ਕਿ ਉਹ ਕਿਸ ਤਰੀਕੇ ਨਾਲ ਗੁਜ਼ਰੇਗੀ। ਉਹ ਨਾ ਤੇ ਉਸ ਵੇਲੇ ਉਹ ਤਾਬਿਆ ਤੋਂ ਉੱਠ ਸਕਦਾ ਹੈ, ਨਾ ਉਹ ਜਿਹੜਾ ਉਸ ਬੰਦੇ ਨੂੰ ਜਿਹੜਾ ਪਰਾਂ ਕਰ ਸਕਦਾ ਹੈ। ਜ਼ਰੂਰਤ ਇਹ ਬਣਦੀ ਹੈ ਕਿ ਅਸੀਂ ਜਿਹੜਾ ਨਾਲ ਇਸ ਚੀਜ਼ ਨੂੰ ਸਮਝੀਏ, ਅਤੇ ਜਿਹੜੇ ਇਹ ਅਟੈਕਰਸ ਹੈਗੇ ਨੇ, ਜਿਹੜੇ ਇਸ ਤਰੀਕੇ ਦੀਆਂ ਅੱਗੇ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ, ਅਸੀਂ ਉਹਨਾਂ ਨੂੰ ਵਰਜੀਏ ਕਿ ਇਹ ਚੀਜ਼ਾਂ ਜਿਹੜੀਆਂ ਨੇ ਅੱਗੇ ਤੋਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਹ ਮੁਲਕ ਠੀਕ ਹੈ, ਹਰੇਕ ਨੂੰ ਜਿਹੜਾ ਇੱਕ ਜੀਣ ਦਾ ਹੱਕ ਦਿੰਦਾ, ਹਰੇਕ ਦੇ ਹਿਊਮਨ ਰਾਈਟ ਦੀ ਜਿਹੜੀ ਹੈ ਉਹਨੂੰ ਸ਼ੈਲਟਰ ਕਰਦਾ, ਉਹਦੀ ਪਾਲਣਾ ਕਰਦਾ, ਲੇਕਿਨ ਇਹ ਨਾ ਹੋਵੇ ਕਿ ਤੁਸੀਂ ਉਹਦੇ 'ਚ ਕਈ ਵਾਰ ਵਧੀਕੀਆਂ ਕਰਕੇ ਜਿਹੜਾ ਇਸ ਤਰੀਕੇ ਦੀਆਂ ਜਿਹੜੀਆਂ ਵਧੀਕੀਆਂ ਕਰੋ ਜਿਹੜੀਆਂ ਕਿ
ਬਰਦਾਸ਼ਤ ਤੋਂ ਜਿਹੜੀਆਂ ਬਾਹਰ ਹੋ ਜਾਣ। ਸੋ ਜ਼ਰੂਰਤ ਹੈ ਇਸ ਵੇਲੇ ਕਿ ਸਾਡੀ ਕਮਿਊਨਿਟੀ ਇਕੱਠੇ ਹੋ ਕੇ ਜਿਹੜਾ ਇਹਦੇ ਉੱਤੇ ਆ ਕੇ ਉਪਰਾਲਾ ਕਰੇ। ਸੋ ਬਹੁਤ ਬਹੁਤ ਧੰਨਵਾਦ। ਤੇ ਮੈਂ ਜ਼ਰੂਰ ਚਾਹਾਂਗਾ ਕਿ ਇਹਦੇ ਉੱਤੇ ਤੁਸੀਂ ਆਪਣੇ ਕਮੈਂਟ ਕਰੋ ਅਤੇ ਆਪਣੇ ਜਿਹੜੇ ਨੇ ਵਿਚਾਰ ਜ਼ਰੂਰ ਸਾਂਝੇ ਕਰੋ ਕਿ ਸਾਨੂੰ ਹੁਣ ਕਿਸ ਤਰੀਕੇ ਨਾਲ ਅੱਗੇ ਆ ਕੇ ਜਿਹੜਾ ਉਪਰਾਲਾ ਕਰਨ ਦੀ ਲੋੜ ਹੈ ਤਾਂ ਜੋ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਜਿਹੜਾ ਰੋਕਿਆ ਜਾ ਸਕੇ। ਤੇ ਅੱਜ ਮੈਂ ਬਿਲਕੁਲ ਪਿੱਛੇ ਕਹਿਣਾ ਕਿ ਗੁਰਦੁਆਰਾ ਗੁਰੂ ਭਗਤੀ ਘਰ ਸਾਹਿਬ ਹੈਗਾ, ਰਿਚਮੰਡ ਹਿੱਲ ਦੇ ਵਿੱਚ ਹੈਗਾ, ਜਿਹਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ। ਤੇ ਉੱਥੇ ਇਹ ਘਟਨਾ ਵਾਪਰੀ ਹੈ। ਰੱਬ ਨਾ ਕਰੇ ਇਹੋ ਜਿਹੀ ਘਟਨਾ ਕਿਤੇ ਹੋਰ ਵਾਪਰੇ, ਨਾ ਉਹ ਹਿੰਦੂਆਂ ਦੇ ਟੈਂਪਲ ਦੇ ਵਾਪਰੇ, ਨਾ ਉਹ ਕ੍ਰਿਸਚਨਾਂ ਦੀ ਚਰਚ ਦੇ ਵਿੱਚ ਵਾਪਰੇ, ਨਾ ਉਹ ਮੁਸਲਮਾਨਾਂ ਦੇ ਕਿਸੇ ਧਾਰਮਿਕ ਸਥਾਨ ਤੇ ਵਾਪਰੇ। ਅਤੇ ਇਸ ਚੀਜ਼ ਨੂੰ ਜਿਹੜਾ ਉਹ ਸਨੱਪ ਕਰਨਾ ਚਾਹੀਦਾ, ਇਹਨੂੰ ਰੋਕਣਾ ਚਾਹੀਦਾ ਤੇ ਇਹਦੇ ਖਿਲਾਫ ਜਿਹੜੀ ਹੈ ਜ਼ੋਰਦਾਰ ਆਵਾਜ਼ ਜਿਹੜੀ ਹੈ ਚੁੱਕਣੀ ਚਾਹੀਦੀ ਹੈ। ਭਾਵੇਂ ਗਲਤੀ ਕਰਨ ਵਾਲਾ ਆਪਣਾ ਹੋਵੇ, ਭਾਵੇਂ ਬੇਗਾਨਾ ਹੋਵੇ, ਆਵਾਜ਼ ਜਿਹੜੀ ਹੈ ਬਰਾਬਰ ਦੀ ਉੱਠਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਜੇ ਸਾਡੇ ਵਰਗਾ ਦਿਖਦਾ ਹੈ ਤਾਂ ਅਸੀਂ ਥੋੜੀ ਜਿਹੀ ਆਵਾਜ਼ ਘੱਟ ਕਰੀਏ ਕਿ ਇਹਦੇ ਬਾਰੇ ਕਿਉਂ ਰੌਲਾ ਪਾਉਣਾ ਹੈ, ਕਿਉਂਕਿ ਜਿਸ ਤਰੀਕੇ ਨਾਲ ਬਜ਼ੁਰਗਾਂ ਨਾਲ ਇਸ ਉਮਰ ਦੇ ਵਿੱਚ ਇਹ ਵਾਪਰੀ ਹੈ ਉਹ ਬਰਦਾਸ਼ਤ ਤੋਂ ਬਾਹਰ ਹੈ। ਬਹੁਤ ਬਹੁਤ ਧੰਨਵਾਦ। ਮੈਂ ਮਨੀਸ਼ ਬਿਆਲਾ, ਨਿਊਯਾਰਕ ਤੋਂ।